प्रथम भगवती सिमर के गुरु नानक लई ते आए। फिर अंगद गुर तै अमरदास रामदास होई सहाय। अर्जन हर गोबिंद नो सिमरो श्री हरि राय। श्री हर कृष्ण ध्याइए जिस डिठे सब दुख जाए। तेग बहादुर सिमरिए हर नाम दिया बैठाए। सब थाई होए सहाय। 10वें पातशाह श्री गुरु गोबिंद सिंह साहिब जी सब थाई होए जी सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी वाहिगुरू। अरदास करां अरदास करां। वाहिगुरू जी का खालसा वाहिगुरू जी की फतेह। संगत ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਸਰਬੱਤ ਖਾਲਸਾ ਜੀ ਕੀ ਅਰਦਾਸ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਅਰਦਾਸ ਦੇ ਬਾਰੇ ਉਹ ਅਰਦਾਸ ਜਿਹੜੀ ਸਰਬੱਤ ਖਾਲਸਾ ਜੀ ਨੇ ਤਿਆਰ ਕੀਤੀ, ਉਹ ਅਰਦਾਸ ਜਿਹੜੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਹੈ, ਉਹਦੇ ਬਾਰੇ ਵਿਚਾਰ ਲੜੀਵਾਰ ਕੀਤੀ ਜਾ ਰਹੀ ਹੈ। ਔਰ ਇਹ ਲੜੀਵਾਰ ਵਿਚਾਰ ਆਪ ਸਭ ਨਾਲ ਸਾਂਝੀ ਕਰਨ ਦੇ ਲਈ ਸੰਗਤ ਟੈਲੀਵਿਜ਼ਨ ਦੇ ਸੱਦੇ ਦੇ ਉੱਤੇ ਉਚੇਚੇ ਤੌਰ ਤੇ ਪੁੱਜਦੇ ਨੇ ਪੰਥ ਦੇ ਨਾਮਵਰ ਪ੍ਰਚਾਰਕ ਵਿਦਵਾਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਜਦੋਂ ਤੋਂ ਹੋਸ਼ ਸੰਭਾਲੀ ਹੈ ਸਿੱਖੀ ਦੇ ਪ੍ਰਚਾਰ ਵਿੱਚ ਬਿਤਾਇਆ ਹੈ ਔਰ ਕਿਤਾਬਾਂ ਵੀ ਲਿਖੀਆਂ ਨੇ ਸਿੱਖੀ ਦੇ ਪ੍ਰਚਾਰ ਦੇ ਲਈ। ਮੇਰੀ ਮੁਰਾਦ ਹੈ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ। ਉਹਨਾਂ ਦੀ ਆਮਦ ਨੂੰ ਜੀ ਆਇਆਂ ਵੀ ਆਖਦੇ ਹਾਂ ਤੇ ਫਤਿਹ ਵੀ ਸਾਂਝੀ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਇਹ ਗੱਲ ਵੀ ਬੇਸ਼ੱਕ ਸਾਂਝੀ ਕਰਦਾ ਜਾਵਾਂ ਕਿ ਹੁਣ ਤੱਕ ਸਰਬੱਤ ਖਾਲਸਾ ਜੀ ਕੀ ਅਰਦਾਸ ਦੇ 10 ਐਪੀਸੋਡ ਆਪ ਸਭ ਦੇ ਸਨਮੁਖ ਹੋ ਚੁੱਕੇ ਨੇ। ਇਹ 11ਵਾਂ ਐਪੀਸੋਡ ਹੈ ਤੇ ਹੁਣ ਤੱਕ ਆਪਾਂ ਅਰਦਾਸ ਦਾ ਪਹਿਲਾ ਬੰਦ ਪ੍ਰਥਮ ਭਗਵਤੀ ਸਿਮਰ ਕੇ ਉਹ ਸਾਂਝਾ ਕਰ ਚੁੱਕੇ ਹਾਂ। 5 ਪਿਆਰਿਆਂ ਦੀ ਗੱਲ ਕਰ ਚੁੱਕੇ ਹਾਂ, 4 ਸਾਹਿਬਜ਼ਾਦਿਆਂ ਦੀ ਗੱਲ ਕਰ ਚੁੱਕੇ ਹਾਂ, 40 ਮੁਕਤਿਆਂ ਦੀ ਗੱਲ ਕਰ ਚੁੱਕੇ ਹਾਂ ਜਿਨ੍ਹਾਂ ਨੇ ਗੁਰਦੁਆਰਿਆਂ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਸਾਰਿਆਂ ਦੀ ਗੱਲ ਕਰ ਚੁੱਕੇ ਹਾਂ। ਤੇ ਹੁਣ ਇਸ 11ਵੇਂ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਨੀ ਹੈ ਪਹਿਰਾ ਜਿੱਥੋਂ ਸ਼ੁਰੂ ਹੁੰਦਾ ਹੈ ਕਿ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇੱਥੋਂ ਗੱਲ ਸ਼ੁਰੂ ਕੀਤੀ ਜਾਣੀ ਹੈ 11ਵੇਂ ਐਪੀਸੋਡ ਦੇ ਵਿੱਚ। ਤੇ ਗਿਆਨੀ ਜੀ ਦੇ ਸਨਮੁਖ ਹੋਈਏ। ਗਿਆਨੀ ਜੀ ਜੀ ਪਹਿਲਾਂ ਆਪਾਂ ਗੁਰੂ ਸਾਹਿਬਾਨ ਦੇ ਧਿਆਨ ਦੀ ਗੱਲ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਧਿਆਨ ਦੀ ਗੱਲ ਕੀਤੀ, 5 ਪਿਆਰਿਆਂ ਦੀ, 4 ਸਾਹਿਬਜ਼ਾਦਿਆਂ ਦੀ, ਸ਼ਹੀਦਾਂ ਮੁਰੀਦਾਂ ਦੀ, 5 ਤਖਤਾਂ ਤੇ ਗੁਰਦੁਆਰਿਆਂ ਦਾ ਧਿਆਨ ਕਰਕੇ ਜੀ ਇਹ ਗੱਲ ਕਰਨ ਦੀ ਲੋੜ ਨਹੀਂ। ਠੀਕ ਹੈ, ਠੀਕ ਹੈ। ਕਿਸ ਗੱਲ ਤੇ ਤੁਸੀਂ ਵਿਸ਼ੇਸ਼ ਫੋਕਸ ਕਰਨਾ ਚਾਹੁੰਦੇ? ਮੈਂ ਸੋਚਦਾ ਕਿ 5 ਤਖਤਾਂ ਤੇ ਗੁਰਦੁਆਰਿਆਂ ਦਾ ਧਿਆਨ ਕਰਨ ਦੀ ਗੱਲ ਸਰਬੱਤ ਖਾਲਸਾ ਜੀ ਨੇ ਕਿਉਂ ਕੀਤੀ, ਜਦੋਂ ਜੋੜਿਆ ਗਿਆ ਵੀ ਇਹ ਕੀ ਲੋੜ ਸੀ ਪਹਿਰਾ ਪਾਉਣ ਦੀ ਲੋੜ, ਕੀ ਸੰਦੇਸ਼ ਦੇਣਾ ਚਾਹੁੰਦੇ ਇਸ ਪਹਿਰੇ ਦੇ ਵਿੱਚ? ਮੇਰਾ ਖਿਆਲ ਤੁਹਾਡਾ ਭਾਵ ਇਹ ਹੈ ਕਿ ਧਿਆਨ ਧਰਨ ਤੋਂ ਕੀ ਮਨੋਰਥ ਹੈ? ਬਿਲਕੁਲ, ਯਾਨੀ ਕਿ ਇਹਨਾਂ ਦੀ ਲੋੜ ਵੀ ਕਿਉਂ ਪਈ? ਓਕੇ, ਸਾਡੀ ਲੋੜ ਕਿਉਂ ਪਈ ਤਾਂ ਆਪਾਂ ਲੇਟਰ ਗੱਲ ਵਿਚਾਰਦੇ ਹਾਂ। ਹਾਂਜੀ, ਧਿਆਨ ਧਰਨ ਤੋਂ ਇੱਥੇ ਕੀ ਭਾਵ ਹੈ ਜੀ? ਜੋ ਮੈਂ ਵਿਦਵਾਨ ਸੱਜਣਾਂ ਦੇ ਕੋਲ ਬੈਠ ਕੇ ਜਾਂ ਵਿਚਾਰ ਕੇ ਉਹਨਾਂ ਦੀਆਂ ਲਿਖਤਾਂ ਨੂੰ ਧਿਆਨ 'ਚ ਲਿਆ ਕੇ ਸਮਝ ਸਕੇ ਹਾਂ, ਉਹ ਇਹ ਹੈ ਜਿਸ ਵੇਲੇ ਅਸੀਂ ਗੁਰਦੁਆਰਿਆਂ ਦਾ ਧਿਆਨ ਧਰਦੇ ਹਾਂ ਤਾਂ ਉਸ ਵੇਲੇ ਪ੍ਰਭੂ ਸਿਮਰਨ, ਪ੍ਰਭੂ ਪਿਆਰ, ਗੁਰੂ ਪਿਆਰ, ਹਾਂਜੀ, ਔਰ ਚੰਗਾ ਚਰਿੱਤਰ ਸਾਡਾ ਹੋਵੇ, ਸਾਡਾ ਜੀਵਨ ਚੰਗਾ ਹੋਵੇ, ਭਾਵੇਂ ਉਹ ਵਿਕਾਰਾਂ ਤੋਂ ਪਿੱਛੇ ਹਟਣਾ, ਸੇਵਾ ਵਾਲੇ ਪਾਸੇ ਪਰਤਣਾ ਹੈ ਜਾਂ ਹੋਰ ਸ਼ੁਭ ਕਰਨਾ। ਠੀਕ ਹੈ, ਸਤ ਸੰਤੋਖ ਦਇਆ ਧਰਮ ਆਦਿ ਦਾ ਸਾਡੇ ਜੀਵਨ 'ਚ ਸੰਚਾਰ ਹੋਵੇ। ਜਦੋਂ ਅਸੀਂ ਤਖਤਾਂ ਦੀ ਗੱਲ ਕਰਦੇ ਹਾਂ ਤਾਂ ਤਖਤਾਂ ਦਾ ਧਿਆਨ ਧਰਨ ਤੋਂ ਭਾਵ ਹੈ ਸਾਡੀ ਰਾਜਸੀ ਤੇ ਸਮਾਜਿਕ ਪ੍ਰਭੂ ਸੱਤਾ ਦਾ ਧਿਆਨ ਕਰਨਾ। ਪੰਥ ਦੀ ਰਾਜਸੀ ਅਤੇ ਸਮਾਜਿਕ ਪ੍ਰਭੂ ਸੱਤਾ ਸ਼ਕਤੀ ਕਿੱਥੇ ਹੈ ਖੜੋਤਾ ਹੋਇਆ, ਪੰਥ ਦਾ ਧਿਆਨ ਧਰਨਾ। ਇਹ ਗੱਲ ਸਾਨੂੰ ਸਾਰਿਆਂ ਨੂੰ ਸਪਸ਼ਟ ਰਹਿਣੀ ਚਾਹੀਦੀ ਹੈ ਕਿ ਅਰਦਾਸ ਕਰਦਿਆਂ ਨਾ ਤਾਂ 5 ਤਖਤਾਂ ਦੀ ਪਿਕਚਰ ਵੱਲ ਧਿਆਨ ਧਰਿਆ ਜਾ ਸਕਦਾ, ਆਕਾਰ ਵੱਲ ਧਿਆਨ ਧਰਿਆ ਜਾ ਸਕਦਾ, ਨਾ ਹੀ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਿਆ ਜਾ ਸਕਦਾ।
ਹੁਣ ਪਿਛਲੇ ਐਪੀਸੋਡ ਦੇ ਵਿੱਚ ਜਦੋਂ ਅਸੀਂ ਵਿਚਾਰ ਕਰ ਰਹੇ ਸਾਂ ਕਿ 3 ਪ੍ਰਕਾਰ ਦੇ ਗੁਰਦੁਆਰੇ ਹੈ ਜਿਹੜੇ ਸੱਚੇ ਪਾਤਸ਼ਾਹ ਨੇ ਆਪ ਬਣਾਏ, ਜਿਹੜੇ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖਾਂ ਨੇ ਉਹਨਾਂ ਦੀ ਯਾਦ ਜਾਂ ਹੋਰ ਇਤਿਹਾਸਕ ਕਾਰਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਣਾਏ। ਤੀਸਰੀ ਗੱਲ ਹੈ ਕਿ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਜਿੱਥੇ ਸਿੱਖ ਸੰਗਤਾਂ ਨੇ ਲੋੜ ਮਹਿਸੂਸ ਕੀਤੀ ਬਣਾਏ। 3 ਪ੍ਰਕਾਰ ਦੇ ਗੁਰਦੁਆਰੇ ਹੋਏ। ਔਰ ਇਸ ਵੇਲੇ ਪੰਜਾਬ ਦੇ ਵਿੱਚ ਹੀ 12,500 ਤੋਂ ਵਧੇਕ ਪਿੰਡ ਨੇ ਤੇ ਇੱਕ ਪਿੰਡ ਵਿੱਚ ਕਿੰਨੇ ਗੁਰਦੁਆਰੇ ਨੇ? ਬਿਲਕੁਲ, ਇੱਕ ਪਿੰਡ 'ਚ 2 ਆ। ਔਰ ਪੰਜਾਬ ਸਟੇਟ ਤੋਂ ਬਾਹਰ ਭਾਰਤ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਬੰਗਲਾਦੇਸ਼ ਵਿੱਚ ਕਿਤਨੇ ਸਥਾਨ ਛੱਡ ਕੇ ਗੱਲ ਕਰੋ, ਸ਼ਹਿਰਾਂ ਵਿੱਚ ਬਹੁਤ ਗੁਰਦੁਆਰੇ ਨੇ, ਮਹੱਲੇ ਦੇ ਗੁਰਦੁਆਰਾ ਹੈ। ਔਰ ਆਪਣੇ ਥਰੂ ਆਊਟ ਦਾ ਵਰਲਡ ਕਿਤਨੇ ਗੁਰਦੁਆਰੇ ਨੇ। ਇਸ ਲਈ ਗੁਰਦੁਆਰਿਆਂ ਦੀ ਇਮਾਰਤ ਦਾ ਧਿਆਨ ਧਰਨ ਵਾਲੀ ਗੱਲ ਨਹੀਂ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਇਮਾਰਤ ਹੈ ਉਹ ਇੱਕਦਮ ਸਾਡੇ ਜ਼ਿਹਨ ਵਿੱਚੋਂ ਘੁੰਮ ਜਾਏ। ਨਹੀਂ, ਸਾਨੂੰ ਗੁਰਦੁਆਰੇ ਵਿੱਚੋਂ ਪ੍ਰਾਪਤ ਕੀ ਹੁੰਦਾ ਹੈ? ਸਤ, ਸੰਤੋਖ, ਦਇਆ, ਧਰਮ, ਧੀਰਜ, ਸਿਫਤ ਸਲਾਹ, ਸੇਵਾ ਇਤਿਆਦਿ ਜਿਹੜੇ ਪਵਿੱਤਰ ਸ਼ੁਭ ਗੁਣ ਨੇ, ਅਸੀਂ ਉਧਰ ਧਿਆਨ ਦੇਣਾ। ਧਿਆਨ ਧਰਮ ਤੋਂ ਭਾਵ ਦੂਜੀ ਗੱਲ ਜਿਹੜੀ ਹੈ ਇਹ ਜੋਗੀਆਂ ਵਾਲਾ ਧਿਆਨ ਨਹੀਂ, ਲਿਵ ਲਾਉਣ ਵਾਲਾ ਉਹ ਨਹੀਂ ਹੈ, ਸਮਾਧੀ ਵਾਲਾ ਕੋਈ ਧਿਆਨ ਨਹੀਂ ਹੈ। ਇਹ ਸਜਗ ਧਿਆਨ ਹੈ, ਸੁਚੇਤ ਧਿਆਨ ਹੈ, ਗਿਆਨ ਭਰਪੂਰ ਧਿਆਨ ਹੈ, ਚੇਤਨਤਾ ਵਾਲਾ ਧਿਆਨ ਹੈ, ਅਵੇਕਨ ਉਹ ਧਿਆਨ ਹੈ। ਇਸ ਲਈ ਧਿਆਨ ਸ਼ਬਦ ਦੇ ਇੱਥੇ ਅਰਥਾਂ ਨੂੰ ਸਾਡੇ ਹਿਰਦੇ ਵਿੱਚ ਵਸਿਆ ਹੋਣਾ ਚਾਹੀਦਾ ਤੇ ਸਪਸ਼ਟ ਹੋਣਾ ਚਾਹੀਦਾ। ਜਦੋਂ ਮੈਂ ਪਹਿਲਾਂ ਕਹਿੰਦਾ ਜਿਸ ਵੇਲੇ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ, ਤਿੰਨਾਂ ਦਾ ਧਿਆਨ ਧਰ ਕੇ, ਜੀ ਹਾਂ, ਠੀਕ ਹੈ। ਧਿਆਨ ਸ਼ਬਦ ਬਹੁਤ ਵਾਰੀ ਵਰਤਿਆ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ, ਉਹ ਆਪਾਂ ਅਰਥ ਵਿਚਾਰੇ ਨਾ। ਬਿਲਕੁਲ, ਵੀ ਗੁਰੂ ਸਾਹਿਬ ਜਿਨ੍ਹਾਂ ਸਿੰਘਾਂ ਦੀਦਾਰ ਕੀ ਨੇ, ਕਮਾਈ ਦਾ ਧਿਆਨ। ਔਰ ਇੱਥੇ ਇਹ ਮੈਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ, ਜਦੋਂ ਅਰਦਾਸ ਦੇ ਇਸ ਅਸੀਂ ਇੱਕ ਵਾਕ ਦਾ ਪਾਠ ਕਰੀਏ ਤਾਂ 5 ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਨਹੀਂ ਹੈ। ਜੀ ਬਿਲਕੁਲ, ਇਹ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਜਿਵੇਂ ਅਸੀਂ ਪਹਿਲਾਂ 5 ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਜਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੀ ਅਸੀਸ ਦਿੱਤੇ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਉਸੇ ਤਰ੍ਹਾਂ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਉਵੇਂ ਹੀ 5 ਤਖਤਾਂ ਤੇ ਗੁਰਦੁਆਰਿਆਂ ਦੀ ਕਮਾਈ ਨਹੀਂ ਕਹਿਣਾ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। 5 ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ, ਗੁਰਦੁਆਰਿਆਂ ਦਾ ਧਿਆਨ ਧਰ ਕੇ, ਭਾਵ ਹੈ ਸਿਧਾਂਤ ਦਾ ਇੱਥੇ ਧਿਆਨ ਧਰਨਾ। ਹੁਣ ਇੱਥੇ ਜਿਹੜੀ ਗੱਲ ਇੱਕ ਹੋਰ ਮੇਰੇ ਮਨ 'ਚ ਖਿਆਲ ਆ ਰਿਹਾ ਸੀ ਕਿ ਗੁਰਦੁਆਰਿਆਂ ਤੇ ਤਖਤਾਂ ਦਾ ਧਿਆਨ ਧਰਨਾ, ਤੁਸੀਂ ਤਖਤਾਂ ਦੀ ਗੱਲ ਕਰਦਾ ਕਿ ਉਹ ਸਾਡੀ ਰਾਜਸੀ ਤੇ ਸਮਾਜਿਕ ਪ੍ਰਭੂਸੱਤਾ ਦੀ ਗੱਲ ਜੀ, ਗੁਰਦੁਆਰਾ ਸਾਡੀ ਧਰਮ ਦੀ ਪ੍ਰਭੂਸੱਤਾ ਦੀ ਗੱਲ ਹੋ ਗਿਆ। ਇੱਕ ਫਰਕ ਕੀ ਹੈ ਗੁਰਦੁਆਰੇ ਦੇ ਤਖਤ 'ਚ, ਕੀ ਫਰਕ ਹੈ? ਜੇ ਫਰਕ ਪਹਿਲਾਂ ਵਿਚਾਰਨਾ ਹੈ ਤਾਂ ਉਹ ਫਰਕ ਵੀ ਵਿਚਾਰਿਆ ਜਾ ਸਕਦਾ ਹੈ। ਐਂ ਸਮਝ ਲਈਏ ਕਿ ਤਖਤ ਦਾ ਜਿਹੜਾ ਮੁਖੀਆ ਹੈ ਉਹ ਜਥੇਦਾਰ ਹੁੰਦਾ ਹੈ ਜੀ, ਗੁਰਦੁਆਰੇ ਦਾ ਮੁਖੀਆ ਗ੍ਰੰਥੀ ਹੁੰਦਾ ਹੈ ਜੀ, ਵੱਖਰੇ ਹੋ ਗਏ ਜੀ। ਤਖਤ ਦਾ ਮੁਖੀਆ ਜਥੇਦਾਰ ਹੈ, ਗੁਰਦੁਆਰੇ ਦਾ ਮੁਖੀਆ ਗ੍ਰੰਥੀ ਹੈ ਜੀ। ਗੁਰਦੁਆਰੇ ਦੇ ਵਿੱਚ ਸ਼ਬਦ ਦ੍ਰਿੜ ਕਰਵਾਇਆ ਜਾਂਦਾ ਜੀ, ਤਖਤ ਦੇ ਉੱਪਰ ਬੈਠ ਕੇ ਸ਼ਬਦ ਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਂਦਾ ਹੈ, ਕਿਸ ਸ਼ਕਤੀ ਨਾਲ ਕੀਤਾ ਜਾਂਦਾ ਹੈ। ਸੰਸਾਰ ਦੀਆਂ ਜਿਤਨੀਆਂ ਸ਼ਕਤੀਆਂ ਨੇ ਉਹਨਾਂ ਸ਼ਕਤੀਆਂ ਵਿੱਚੋਂ ਸਭ ਤੋਂ ਵਧੇਕ ਸ਼ਕਤੀ ਸ਼ਸਤਰ ਸ਼ਕਤੀ ਮੰਨੀ ਜਾਂਦੀ ਹੈ ਜੀ। ਤਖਤ ਤੇ ਬੈਠ ਕੇ ਸ਼ਸਤਰ ਦੀ ਗੱਲ ਕੀਤੀ ਜਾਂਦੀ ਹੈ, ਗੁਰਦੁਆਰੇ ਵਿੱਚ ਬੈਠ ਕੇ ਸ਼ਬਦ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ। ਗੁਰਦੁਆਰੇ ਦੇ ਵਿੱਚ ਸਤ ਸੰਤੋਖ ਆਦਿ ਜਿਹੜਾ ਸ਼ੁਭ ਆਚਰਣ ਹੈ ਉਸ ਨੂੰ ਦ੍ਰਿੜ ਕਰਵਾਇਆ ਜਾਂਦਾ, ਜਦ ਕਿ ਪੰਥ ਜਿਹੜਾ ਤਖਤ ਹੈ, ਤਖਤ ਤੇ ਬੈਠ ਕੇ ਇਸ ਸ਼ੁਭ ਆਚਰਣ ਦੇ ਅਨੁਸਾਰ ਚੱਲਣ ਵਾਲਿਆਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ, ਸਿਰੋਪਾ ਦਿੱਤਾ ਜਾਂਦਾ, ਔਰ ਜਿਹੜੇ ਲੋਕ ਕੁਤਾਹੀ ਕਰਦੇ ਨੇ ਉਹਨਾਂ ਨੂੰ ਦੰਡ ਦਿੱਤਾ ਜਾਂਦਾ ਹੈ। ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਆ, ਦੋਨੇ ਗੱਲਾਂ ਠੀਕ ਹੈ ਨਾ ਜੀ। ਇਹ ਜੈਕਾਰ ਤੇ ਦੰਡ ਦੇਣ ਵਾਲੀ ਗੱਲ ਗੁਰਦੁਆਰੇ ਵਿੱਚ ਨਹੀਂ, ਠੀਕ ਹੈ, ਇਹ ਗੱਲ ਇੱਥੇ ਹੈ, ਤਖਤ ਤੇ ਹੈ। ਔਰ ਅਗਲੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਕਿਸੇ ਵੇਰੀ ਝਗੜਾ ਹੋ ਜਾਵੇ ਤਾਂ ਉਸ ਦੀ ਜਿਹੜੀ ਸਮਾਧਾਨਤਾ ਹੈ
ਝਗੜਿਆਂ ਦਾ ਹੱਲ ਹੈ ਉਹ ਤਖਤ ਤੇ ਕੀਤਾ ਜਾਂਦਾ ਹੈ। ਠੀਕ। ਔਰ ਤਖਤ ਜਿਹੜਾ ਹੈ ਉਹ ਧਰਮ ਦਾ ਪ੍ਰਤੀਕ ਨਹੀਂ, ਧਰਮ ਤੇ ਚੱਲਣ ਵਾਲਿਆਂ ਦਾ ਪ੍ਰਤੀਕ ਹੈ। ਗੱਲ ਬੜੀ ਬਰੀਕ ਆ, ਫਰਕ ਦੀ ਗੱਲ ਬੜੀ ਬਰੀਕ ਆ। ਧਰਮ ਦਾ ਨਹੀਂ ਪ੍ਰਤੀਕ, ਪਰ ਧਰਮ ਤੇ ਚੱਲਣ ਵਾਲਿਆਂ ਦਾ ਪ੍ਰਤੀਕ ਹੈ। ਔਰ ਧਿਆਨ ਹੋਵੇ, ਇਹਨੂੰ ਥੋੜਾ ਜਿਹਾ ਵਿਸਤਾਰ ਨਾਲ ਵਿਸ਼ੇ ਹਾਂ। ਕਰਦੇ ਹੋ, ਗੱਲ ਸਮਝੀ ਜਾ ਸਕੇ। ਦੇਖੋ ਨਾ, ਧਰਮ ਵਾਲੀ ਜਿਹੜੀ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਜੀ। ਆਉਣ ਵਾਲੇ ਸਮੇਂ 'ਚ ਕਦੀ ਗੱਲ ਹੋਈ ਤੇ ਆਪਾਂ ਜਾਂ ਪਿਛਲੇ ਦਿਨਾਂ 'ਚ ਵੀ ਵਿਚਾਰੀ ਸੀ ਕਿ ਗੁਰਦੁਆਰੇ